ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਨੂੰ ਵਿਚਾਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਸੰਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਧ ਸੰਗਤ ਦੀ ਮਹਿਮਾ ਦੱਸਦੇ ਨੇ। ਵੇਖੋ ਸਾਧ ਸੰਗਤ ਦੀ ਮਹਿਮਾ ਦਾ ਪ੍ਰਤਾਪ ਕਿ ਜਿਹੜੇ ਪਿੰਗਲੇ ਨੇ ਉਹ ਪਰਬਤਾਂ ਤੇ ਚੜ੍ਹ ਕੇ ਪਰਬਤਾਂ ਤੋਂ ਪਾਰ ਉਤਰ ਗਏ। ਪਰਬਤਾਂ ਤੋਂ ਪਾਰ ਉਤਰਨ ਯੋਗ ਹੋ ਗਏ। ਔਰ ਜਿਹੜੇ ਖਲ ਮੂਰਖ ਸਨ ਉਹ ਸਾਧ ਸੰਗਤ ਦੇ ਪ੍ਰਤਾਪ ਸਦਕਾ 4 ਵੇਦਾਂ ਦੇ ਵਕਤਾ ਹੋ ਗਏ। ਪਿੰਗਲੇ ਦਾ ਮਤਲਬ ਹੁੰਦਾ ਜਿਹਦੇ ਕੋਲ ਸ਼ੁਭ ਕਰਮਾਂ ਦੇ ਪੈਰ ਨਹੀਂ। ਜਿਨ੍ਹਾਂ ਸ਼ੁਭ ਕਰਮਾਂ ਦੇ ਪੈਰਾਂ ਨਾਲ ਚੱਲ ਕੇ ਸੰਸਾਰ ਰੂਪੀ ਇਸ ਪਹਾੜ ਨੂੰ ਪਰਬਤ ਨੂੰ ਪਾਰ ਚੜ੍ਹ ਕੇ ਉਤਰ ਸਕੇ। ਪਹਾੜ ਤੇ ਚੜ੍ਹਨਾ ਤਾਂ ਲੱਤਾਂ ਵਾਲਿਆਂ ਵਾਸਤੇ ਵੀ ਔਖਾ ਹੁੰਦਾ, ਤੇ ਬਿਨਾਂ ਲੱਤਾਂ ਤੋਂ ਪਿੰਗਲਾ ਪਹਾੜ ਤੇ ਕਿਵੇਂ ਚੜ੍ਹੇ, ਕਿਵੇਂ ਪਾਰ ਉਤਰੇ। ਇਹ ਸਾਧ ਸੰਗਤ ਦੇ ਪ੍ਰਤਾਪ ਸਦਕਾ ਉਹਨਾਂ ਨੂੰ ਸ਼ੁਭ ਕਰਮਾਂ ਦੀਆਂ ਉਹ ਲੱਤਾਂ ਮਿਲ ਗਈਆਂ ਜਿਨ੍ਹਾਂ ਦੁਆਰਾ ਉਹ ਇਹ ਸੰਸਾਰ ਰੂਪੀ ਪਰਬਤ ਤੇ ਚੜ੍ਹ ਕੇ ਇਹਦੇ ਤੋਂ ਪਾਰ ਉਤਰ ਗਏ। ਪਿੱਛੇ ਜੀ ਮਹਾਰਾਜ ਜੀ ਦਾ ਤਪ ਸਥਾਨ ਗੁਰੂ ਕਲਗੀਧਰ ਪਾਤਸ਼ਾਹ ਦਾ ਤਪੋ ਸਥਾਨ, ਉੱਥੋਂ ਦੀ ਇੱਕ ਕਥਾ ਵਿਖਿਆਤ ਹੋਈ। ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਉੱਥੇ ਪਹਾੜ ਤੇ ਪੈਦਲ ਚੜ੍ਹ ਕੇ ਜਾਂਦੀਆਂ। ਪਹਿਲਾਂ ਥੱਲਿਓਂ 13 ਕਿਲੋਮੀਟਰ ਦੀ ਚੜ੍ਹਾਈ, ਫਿਰ ਉੱਤੇ ਤੋਂ ਇੱਕ ਸੱਜਣ ਜਿਸ ਦੀਆਂ ਲੱਤਾਂ ਕੰਮ ਨਹੀਂ ਸਨ ਕਰਦੀਆਂ, ਭਾਵਨਾ ਕਿ ਮੈਂ ਮਹਾਰਾਜ ਜੀ ਦੇ ਤਪ ਸਥਾਨ ਦੇ ਦਰਸ਼ਨ ਕਰਨੇ, ਤੋਂ ਗੁਰਸਿੱਖਾਂ ਦੀ ਸੰਗਤ ਦੇ ਨਾਲ ਉਹ ਸਿੰਘ ਹੀ ਉਹਨੂੰ ਨਾਲ ਚੁੱਕ ਕੇ ਲੈ ਕੇ ਗਏ। ਇਹ ਤਾਂ ਪ੍ਰਤੱਖ ਪ੍ਰਮਾਣ ਹੈ ਕਿ ਪਿੰਗਲਾ ਪਰਬਤਾਂ ਤੇ ਜਾ ਚੜਿਆ ਸੰਗਤ ਦੇ ਪ੍ਰਤਾਪ ਨਾਲ। ਅਸਲੀਅਤ ਵਿੱਚ ਅਧਿਆਤਮਕ ਰੂਪ ਦੇ ਵਿੱਚ ਵੀ ਇਹ ਸੰਸਾਰ ਰੂਪੀ ਪਹਾੜ ਤੇ ਚੜ੍ਹਨ ਵਾਸਤੇ ਜੋ ਸ਼ੁਭ ਕਰਮਾਂ ਦੇ ਪੈਰ ਚਾਹੀਦੇ ਨੇ ਉਹ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੇ ਹੈ। ਔਰ ਉਹ ਪਿੰਗਲੇ ਪਰਬਤ ਤੇ ਜਾ ਚੜ੍ਹਦੇ, ਯਾਨੀ ਕਿ ਸੰਸਾਰ ਤੋਂ ਪਾਰ ਉਤਰ ਜਾਂਦੇ ਨੇ। ਜਿਨ੍ਹਾਂ ਨੂੰ ਖਲ ਕਿਹਾ ਜਾਂਦਾ ਵੀ ਇਹ ਮੂਰਖ ਨੇ, ਨਾ ਸਮਝ ਨੇ, ਸਾਧ ਸੰਗਤ ਵਿੱਚ ਆ ਕੇ ਤਿਨਾਂ ਨੂੰ ਸਾਧ ਸੰਗਤ ਦੇ ਪ੍ਰਤਾਪ ਸਦਕਾ 4 ਵੇਦਾਂ ਦਾ ਗਿਆਨ ਪ੍ਰਾਪਤ ਹੋ ਗਿਆ। ਉਹ ਚਤੁਰ ਵੇਦਾਂ ਦੇ ਵਕਤਾ ਹੋ ਗਏ ਸੰਗਤ ਕਰਦਿਆਂ ਕਰਦਿਆਂ। ਸਾਧ ਸੰਗਤ ਵਿੱਚ ਆ ਕਰਕੇ ਉਹਨਾਂ ਨੂੰ ਚਤੁਰ ਵੇਦਾਂ ਦਾ ਗਿਆਨ ਪ੍ਰਾਪਤ ਹੋ ਗਿਆ। ਅੰਗਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਜਿਹੜੇ ਅੰਧਲੇ ਸਨ ਅਗਿਆਨਤਾ ਦੇ ਹਨੇਰੇ ਵਿੱਚ, ਉਹਨਾਂ ਨੂੰ ਸਾਧ ਸੰਗਤ ਦੇ ਵਿੱਚੋਂ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਕਿ ਇਹ ਤਿੰਨੇ ਭਵਨ ਨਾਸ਼ਵਾਨ ਨੇ, ਬਿਨਸਣ ਵਾਲੇ ਨੇ। ਗੁਰੂ ਨੂੰ ਮਿਲ ਕੇ ਉਹ ਗੁਰਮੁਖ ਪੁਨੀਤ ਹੋ ਗਏ, ਪਵਿੱਤਰ ਹੋ ਗਏ। ਗੁਰ ਭੇਟ ਪੁਨੀਤਾ, ਗੁਰੂ ਨੂੰ ਭੇਟ ਦਾ ਮਤਲਬ ਮਿਲ ਕੇ ਪੁਨੀਤ ਹੋ ਗਏ, ਪਵਿੱਤਰ ਹੋ ਗਏ। ਮਹਿਮਾ ਸਾਧੂ ਸੰਗ ਕੀ
ਸੁਨੋ ਮੇਰੇ ਮੀਤਾ। ਏ ਮੇਰੇ ਮਿੱਤਰ ਪਿਆਰਿਓ, ਇਹ ਸਾਧ ਸੰਗਤ ਦੀ ਮਹਿਮਾ ਹੈ, ਧਿਆਨ ਨਾਲ ਸੁਣਿਓ। ਇਹ ਸੰਗਤ ਦਾ ਪ੍ਰਤਾਪ ਹੈ ਜੋ ਉੱਪਰ ਦੱਸਿਆ ਤੇ ਅੱਗੇ ਵੀ ਦੱਸਾਂਗੇ। ਇਹ ਸਾਧ ਸੰਗਤ ਦੀ ਮਹਿਮਾ ਹੈ, ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਸੁਣੋ ਮੇਰੇ ਮਿੱਤਰੋ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਜਿਹੜੇ ਸਾਧ ਸੰਗਤ ਵਿੱਚ ਆਣ ਕੇ ਇਕੱਤਰ ਹੁੰਦੇ ਨੇ, ਉਹਨਾਂ ਦੇ ਅੰਤਸ਼ਕਰਣ ਦੀ ਮੈਲ ਖੋਈ ਜਾਂਦੀ ਹੈ, ਉਹਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ ਨੇ, ਉਹਨਾਂ ਦੇ ਚਿੱਤ ਨਿਰਮਲ ਹੋ ਜਾਂਦੇ ਨੇ, ਔਰ ਉਹਨਾਂ ਦੇ ਕਰੋੜਾਂ ਪਾਪ ਸੜ ਕੇ ਸਵਾਹ ਹੋ ਜਾਂਦੇ ਨੇ। ਜਿਹੜੇ ਗੁਰਮੁਖ ਮਾਈ ਭਾਈ ਸਾਧ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦੇ, ਜਿਹੜੇ ਗੁਰਮੁਖ ਮਾਈ ਭਾਈ ਸਾਧ ਸੰਗਤ ਕਰਦੇ ਨੇ, ਉਹਨਾਂ ਦੇ ਅੰਤਸ਼ਕਰਣਾਂ ਦੀ ਮੈਲ ਧੋਈ ਜਾਂਦੀ ਹੈ, ਔਰ ਉਹਨਾਂ ਦੇ ਕਰੋੜਾਂ ਪਾਪ ਹਰੇ ਜਾਂਦੇ ਨੇ। ਕਰੋੜਾਂ, ਕੋਟ ਅਗ ਹਰੇ, ਕਰੋੜਾਂ ਹੀ ਪਾਪ ਉਹਨਾਂ ਦੇ ਨਿਰਵਿਰਤ ਹੋ ਜਾਂਦੇ ਨੇ, ਔਰ ਤਿਨਾਂ ਦੇ ਚੇਤ ਨਿਰਮਲ ਹੋ ਜਾਂਦੇ ਹਨ, ਸ਼ੁੱਧ ਹੋ ਜਾਂਦੇ ਹਨ। ਰਹਾਉ ਐਸੀ ਭਗਤ ਗੋਵਿੰਦ ਕੇ, ਕੀਟ ਹਸਤੀ ਜੀਤਾ। ਗੋਬਿੰਦ ਦੀ, ਅਕਾਲ ਪੁਰਖ ਦੀ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵੇਖੋ ਐਸੀ ਹੈ ਕਿ ਕੀੜੀ ਨੇ ਹਾਥੀ ਜਿੱਤ ਲਿਆ। ਕੀੜੀ ਹਾਥੀ ਜਿੱਤ ਸਕਦੀ ਹੈ, ਮਹਾਰਾਜ ਜੀ ਦੀ ਕਲਾ ਵਰਤ ਜਾਏ। ਕੀੜੀ ਨਾਮ ਵਿਨਿਮਰਤਾ ਦਾ ਹੈ, ਹਾਥੀ ਨਾਮ ਹੰਕਾਰ ਦਾ ਹੈ। ਨਿਮਰਤਾ ਰੂਪੀ ਕੀੜੀ ਨੇ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਿਆ। ਕਿੱਡਾ ਵੱਡਾ ਬਲੀ ਹਾਥੀ ਹੁੰਦਾ, ਕੀੜੀ ਦੇ ਕਰਕੇ ਮਰ ਵੀ ਸਕਦਾ। ਤੋ ਕੀੜੀ ਦਾ ਇੱਥੇ ਮਤਲਬ ਹੈ ਨਿਮਰਤਾ ਸਹਿਤ, ਹਲੀਮੀ ਸਹਿਤ ਹੋ ਜਾਣਾ। ਜਿਹੜੇ ਇਸ ਤਰ੍ਹਾਂ ਹਲੀਮੀ ਸਹਿਤ, ਨਿਮਰਤਾ ਸਹਿਤ ਹੋ ਗਏ, ਉਹਨਾਂ ਨੇ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਿਆ। ਔਰ ਮਹਾਂਪੁਰਸ਼ਾਂ ਨੇ ਕੀੜੀ ਦਾ ਅਰਥ ਵਿਚਾਰ ਵੀ ਕੀਤਾ ਕਿ ਜਿਵੇਂ ਕੀੜੀ ਬੜੀ ਬਾਰੀਕ ਤੇ ਛੋਟੀ ਹੁੰਦੀ ਹੈ ਨਾ, ਏਦਾਂ ਮਹੀਨ ਵਿਚਾਰ, ਸੂਖਸ਼ਮ ਵਿਚਾਰ ਕਰਕੇ, ਕਿਉਂਕਿ ਵਿਚਾਰ ਜਿਵੇਂ ਜਿਵੇਂ ਗਹਿਰੀ ਹੁੰਦੀ ਚਲੀ ਜਾਏ ਤੇ ਉਹ ਸੂਖਮ ਹੁੰਦੀ ਚਲੀ ਜਾਂਦੀ, ਤੇ ਜਿਵੇਂ ਜਿਵੇਂ ਵਿਚਾਰ ਸੂਖਮ ਹੁੰਦੀ ਚਲੀ ਜਾਂਦੀ ਹੈ, ਉਹਦੇ ਦੁਆਰਾ ਫਿਰ ਉਹ ਹੰਕਾਰ ਨੂੰ ਜਿੱਤ ਲੈਂਦੇ ਆ, ਹੰਕਾਰ ਰੂਪੀ ਹਾਥੀ ਨੂੰ ਜਿੱਤ ਲੈਂਦੇ ਆ। ਹਾਂਜੀ, ਜੋ ਜੋ ਕੀਨੋ ਆਪਣਾ, ਤਿਸ ਅਭੈ ਦਾਨ ਦਿੱਤਾ। ਜਿਸ ਜਿਸ ਨੂੰ ਵਾਹਿਗੁਰੂ ਨੇ ਆਪਣਾ ਕਰ ਲਿਆ, ਜਿਨ੍ਹਾਂ ਤੇ ਤਰਸ ਕਰਕੇ ਵਾਹਿਗੁਰੂ ਨੇ ਆਪਣਾ ਕਰ ਲਿਆ, ਉਹਨਾਂ ਨੂੰ ਅਭੈ ਪਦਵੀ ਦਾ ਦਾਨ ਦੇ ਦਿੱਤਾ। ਨਿਰੰਕਾਰ ਨੇ ਅਭੈ ਪਦਵੀ, ਨਿਰਭਉ ਪਦਵੀ ਦਾ ਦਾਨ ਬਖਸ਼ ਦਿੱਤਾ। ਸਿੰਘ ਬਿਲਾਈ ਹੋਏ ਗਇਓ, ਤ੍ਰਿਣ ਮੇਰ ਦਿਖੀਤਾ। ਕਹਿੰਦੇ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਸਿੰਘ ਵਾਂਗੂ, ਸ਼ੇਰ ਵਾਂਗੂ ਬਲੀ ਸੀ ਨਾ, ਉਹ ਏਦਾਂ ਹੋ ਗਏ ਜਿਵੇਂ ਭਿੱਜੀ ਬਿੱਲੀ ਹੁੰਦੀ ਹੈ। ਹੁਣ ਭਿੱਜੀ ਬਿੱਲੀ ਡਰਦੀ ਹੈ, ਸ਼ੇਰ ਨਹੀਂ ਡਰਦਾ। ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਸ਼ੇਰ ਵਾਂਗੂ ਬੜੇ ਬਲੀ ਸੀ ਪਹਿਲਾਂ, ਜਦੋਂ ਮੈਂ ਆਪਣੇ ਗੁਰੂ ਦੀ ਸ਼ਰਨ ਚ ਆਇਆ, ਮੇਰੇ ਗੁਰੂ ਦਾ ਪ੍ਰਤਾਪ ਤੇ ਗੁਰੂ ਦਾ ਬਲ ਮੇਰੇ ਨਾਲ ਵਰਤਿਆ, ਤਾਂ ਉਸ ਵੇਲੇ ਉਹ ਕਾਮ ਕ੍ਰੋਧ ਆਦਿਕ ਜਿਹੜੇ ਸ਼ੇਰ ਵਾਂਗੂ ਵਿਕਾਰ ਸਨ, ਉਹ ਵੀ ਭਿੱਜੀ ਬਿੱਲੀ ਵਾਂਗੂ ਹੋ ਗਏ, ਯਾਨੀ ਕਿ ਭੱਜ ਗਏ। ਤ੍ਰਿਣ ਮੇਰ ਦਖੀਤਾ, ਆਹਾ, ਘਾਹ ਦੇ ਇੱਕ ਕਿਣਕੇ ਤੋਂ ਸਮੇਰ ਹੋ ਕੇ ਦਿਸਣ ਲੱਗ ਪਏ। ਪਤਾ ਸੀ ਕਿ ਪਹਿਲਾਂ ਵੇਖਿਆ ਵੀ ਮੈਂ ਜੀਵ ਹਾਂ, ਪਰ ਬਾਅਦ ਵਿੱਚ ਪਤਾ ਲੱਗਾ ਮੈਂ ਜੀਵ ਨਹੀਂ, ਮੈਂ ਉਸ ਈਸ਼ਵਰ ਦੀ, ਬ੍ਰਹਮ ਦੀ ਅੰਸ਼ ਹਾਂ। ਤ੍ਰਿਣ ਸਮੇਰ ਦਿਸਣ ਲੱਗ ਪਿਆ। ਤੇ ਸਾਹਿਬ ਜੀ ਤ੍ਰਿਣ ਤੋਂ ਮੇਰ ਕਰਦਿਆਂ ਦੇਰੀ ਨਹੀਂ ਲਾਉਂਦੇ।
ਕਲਗੀਧਰ ਜੀ ਦੇ ਪਾਵਨ ਅੰਮ੍ਰਿਤ ਬਚਨ ਨੇ। ਪਾਤਸ਼ਾਹ ਵੀ ਕਹਿੰਦੇ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੁਸ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੁਸ। ਭੂਲ ਛਿਮੋ ਹਮਰੀ ਪ੍ਰਭ ਆਪਨ, ਭੂਲਨ ਹਰ ਕਹੂੰ ਕੋਹੁ ਮੋਸ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ। ਤ੍ਰਿਣ ਤੋਂ ਮੇਰ ਕਰ ਦੇਣ ਵਾਲੇ, ਜਿਨ੍ਹਾਂ ਨੂੰ ਕਹਿੰਦੇ ਸਨ ਵੀ ਇਹ ਨਿਮਾਣੇ ਨਿਤਾਣੇ ਗਰੀਬੜੇ ਕੰਗਲੇ, ਪਾਤਸ਼ਾਹ ਨੇ ਉਹਨਾਂ ਨੂੰ ਰਾਜੇ ਬਣਾ ਦਿੱਤਾ, ਬਾਦਸ਼ਾਹ ਬਣਾ ਦਿੱਤਾ। ਇਹ ਮੇਰੇ ਸਾਹਿਬ ਦੀ ਬਰਕਤ ਹੈ। ਅਗਲੀ ਪੰਕਤੀ ਚ ਸਪਸ਼ਟ ਕਰਦੇ ਹਨ, ਸ਼ਰਮ ਕਰਤੇ ਦਮ ਆੜ ਕੋ, ਤੇ ਗਨੀ ਤਨੀਤਾ। ਜਿਹੜੇ ਅੱਧੀ ਦਮੜੀ ਲਈ ਵੀ ਮਸ਼ੱਕਤਾਂ ਘਾਲਦੇ ਸੀ ਤੇ ਹਾਸਲ ਨਹੀਂ ਸੀ ਹੁੰਦੀ, ਉਹਨਾਂ ਨੂੰ ਮੇਰੇ ਪਾਤਸ਼ਾਹ ਨੇ ਧਨੀਆਂ ਵਿੱਚ ਗਿਣ ਦਿੱਤਾ, ਸ਼ਾਹੂਕਾਰ ਬਣਾ ਦਿੱਤਾ, ਰਾਜੇ ਬਣਾ ਦਿੱਤਾ। ਜਿਨ੍ਹਾਂ ਨੂੰ ਕੌਡੀ ਅੱਧੀ ਨਹੀਂ ਸੀ ਮਿਲਦੀ, ਦਮੜੀ ਅੱਧੀ ਨਹੀਂ ਸੀ ਮਿਲਦੀ, ਮਿਹਨਤ ਕਰਕੇ ਮਸ਼ੱਕਤ ਘਾਲਦੇ ਸੀ, ਉਹਨਾਂ ਨੂੰ ਸ਼ਾਹੂਕਾਰ ਬਣਾਉਂਦਿਆਂ ਦੇਰੀ ਨਹੀਂ ਲਾਈ। ਆਖਿਆ ਇਨ ਗਰੀਬ ਸਿੱਖਨ ਕੋ ਦਹਿਓ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਮੈਂ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣੀ। ਪਾਤਸ਼ਾਹੀ ਦਾ ਸੰਕਲਪ ਗੁਰੂ ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ। ਪਾਤਸ਼ਾਹੀ ਦਾ ਸੰਕਲਪ, ਮਹੱਲੇ ਤੋਂ ਪਾਤਸ਼ਾਹੀ ਦਾ ਸਫ਼ਰ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਮਹੱਲੇ ਤੋਂ ਸ਼ੁਰੂਆਤ ਹੁੰਦੀ ਹੈ, ਮਹੱਲਾ ਪਹਿਲਾ ਕਹਿ ਕੇ, ਤੇ ਪਾਤਸ਼ਾਹੀ 10ਵੀਂ ਤੇ ਆ ਕਰਕੇ ਸਮਾਪਤੀ ਹੁੰਦੀ ਹੈ। ਜਦੋਂ ਕਲਗੀਧਰ ਜੀ ਆਪਣੀ ਬਾਣੀ ਲਿਖਦੇ ਹੈ ਤਾਂ ਲਿਖਦੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ 10ਵੀਂ। ਉੱਥੇ ਮਹੱਲਾ 10ਵਾਂ ਨਹੀਂ ਲਿਖਦੇ, ਪਾਤਸ਼ਾਹੀ 10ਵੀਂ ਲਿਖਦੇ ਨੇ, ਕਿਉਂਕਿ ਇਹ ਸਫ਼ਰ ਸੀ ਮਹੱਲੇ ਤੋਂ ਪਾਤਸ਼ਾਹੀ ਤੱਕ ਦਾ। ਪਾਤਸ਼ਾਹੀ ਦਾ ਸੰਕਲਪ ਗੁਰੂ ਖਾਲਸੇ ਨੂੰ ਗੁਰੂਦੇਵ ਨੇ ਦਿੱਤਾ ਹੈ। ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ। ਇਹ ਪਾਤਸ਼ਾਹੀਆਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ। ਹਾਂਜੀ, ਕਵਨ ਵਡਾਈ ਕੈ ਸਕੋ, ਬੇਅੰਤ ਗੁਨੀਤਾ। ਮਹਾਰਾਜ ਤੁਹਾਡੀ ਕਿਹੜੀ ਕਿਹੜੀ ਵਡਿਆਈ ਕਥਨ ਕਰੀਏ, ਤੁਸੀਂ ਬੇਅੰਤ ਗੁਣਾ ਦੇ ਮਾਲਕ ਹੋ। ਬੇਅੰਤ, ਇੱਕ ਨਹੀਂ ਦੋ ਨਹੀਂ, ਬੇਅੰਤ ਗੁਣਾ ਦੇ ਮਾਲਕ ਹੋ ਮਹਾਰਾਜ। ਕਿਹੜੀ ਕਿਹੜੀ ਵਡਿਆਈ ਤੁਹਾਡੀ ਕਥਨ ਕਰੀਏ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣਾ ਨਾਮ ਦਿਓ। ਨਾਨਕ ਦਰ ਸਰੀਤਾ, ਮੈਂ ਤੁਹਾਡੇ ਦਰ ਦਾ ਸਰੀਤਾ ਕਹੀਏ ਗੁਲਾਮ ਹਾਂ। ਸਰੀਤਾ ਦਾ ਅਰਥ ਹੁੰਦਾ ਗੁਲਾਮ, ਗੋਲਾ। ਭਾਈ ਗੁਰਦਾਸ ਜੀ ਲਿਖਦੇ ਆ ਨਾ, ਜਦੋਂ ਧਰੂ ਜੀ ਪੁੱਛਦੇ ਆ ਕਿ ਤੂੰ ਸਵਾਣੀ ਹੈ ਕਿ ਸਰਿਤਾ, ਤੂੰ ਰਾਣੀ ਹੈ ਕਿ ਨੌਕਰ ਰਾਣੀ ਹੈ। ਸਰਿਤਾ ਨੌਕਰ ਰਾਣੀ ਨੂੰ, ਗੁਲਾਮ ਨੂੰ ਕਹਿੰਦੇ। ਤੇ ਅੱਗੋਂ ਕਹਿੰਦੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਸਰਿਤਾ ਦਾ ਮਤਲਬ ਨੌਕਰ ਰਾਣੀ, ਗੁਲਾਮ। ਮਹਾਰਾਜ ਮੇਰੇ ਤੇ ਕਿਰਪਾ ਕਰਕੇ ਆਪਣਾ ਨਾਮ ਦਿਓ, ਮੈਂ ਤੁਹਾਡੇ ਦਰ ਘਰ ਦਾ ਗੋਲਾ ਹਾਂ। ਦਰ ਸਰੀਤਾ। ਫਿਰ ਮਹਾਂਪੁਰਸ਼ਾਂ ਨੇ ਅਰਥ ਏਦਾਂ ਵੀ ਕੀਤਾ, ਦਰਸ ਰੀਤਾ। ਇਹ ਦੂਸਰਾ ਪਾਠ ਹੈ। ਮੁੱਖ ਪਾਠ ਦਰਸ ਰੀਤਾ ਹੀ ਹੈ। ਕਈ ਗੁਰਮੁਖ ਪਿਆਰੇ ਦਰਸ ਰੀਤਾ ਪਾਠ ਵੀ ਕਰਦੇ ਨੇ। ਦਰਸ ਤੋਂ ਰੀਤਾ ਖਾਲੀ ਹਾਂ ਮੈਂ।
ਤੁਹਾਡੇ ਦਰਸ਼ਨਾਂ ਤੋਂ ਰੀਤਾ ਖਾਲੀ ਹਾਂ। ਫਰੀਦਕੋਟੀ ਟੀਕੇ ਵਿੱਚ ਇਹਦਾ ਅਰਥ ਏਦਾਂ ਵੀ ਕੀਤਾ, ਦਰ ਸਰੀਤਾ, ਸਰੀਤਾ ਦਾ ਮਤਲਬ ਸ੍ਰੇਸ਼ਟ ਰਹੁ ਰੀਤੀ। ਮਹਾਰਾਜ ਆਪ ਜੀ ਦੇ ਦਰ ਘਰ ਦੀ ਜਿਹੜੀ ਰੀਤ ਹੈ, ਮਰਿਆਦਾ ਹੈ, ਉਹ ਸ੍ਰੇਸ਼ਟ ਰਹੁ ਰੀਤ ਹੈ, ਔਰ ਉਹ ਇਹ ਹੈ ਕਿ ਮੈਨੂੰ ਆਪਣਾ ਨਾਮ ਦਿਓ।